KCGC TV ਟਾਕ ਸ਼ੋ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। KCGC ਟਾਕ ਸ਼ੋ ਨੂੰ ਅਗੇਰੇ ਤੋਰਦਿਆਂ ਦੂਸਰੀ ਕੜੀ ਦੇ ਵਿੱਚ ਅੱਜ ਸਾਡੇ ਨਾਲ ਨੇ ਬਹੁਤ ਹੀ ਉੱਚ ਕੋਟੀ ਦੇ ਵਿਦਵਾਨ ਡਾਕਟਰ ਇੰਦਰਜੀਤ ਸਿੰਘ ਜੀ ਗੋਗੋਵਾਣੀ, ਜਿਨ੍ਹਾਂ ਨੇ ਦੇਸ਼ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਪ੍ਰਚਾਰ ਕੀਤਾ ਤੇ ਕਰ ਵੀ ਰਹੇ ਨੇ। ਬਤੌਰ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਗਵਾਈ ਕਰ ਰਹੇ ਨੇ। ਕੁਝ ਸਮਾਂ ਪਹਿਲੋਂ ਅਸੀਂ 16 ਕਲਾਵਾਂ ਸੰਪੂਰਨ ਜ਼ਿੰਦਗੀ ਦੀਆਂ 16 ਕਲਾਵਾਂ ਬਾਰੇ ਜ਼ਿਕਰ ਕੀਤਾ ਸੀ, ਜਿਨ੍ਹਾਂ ਦੇ ਵਿੱਚ ਇੱਕ ਕਲਾ ਤੇ ਵਿਚਾਰ ਵਟਾਂਦਰੇ ਕੀਤੇ। ਡਾਕਟਰ ਸਾਹਿਬ ਬਹੁਤ ਧੰਨਵਾਦ, ਤੁਸੀਂ ਸਾਨੂੰ ਕੀਮਤੀ ਸਮਾਂ ਦਿੱਤਾ ਜੀ। ਅੱਜ ਆਪਾਂ ਕਿਹੜੀ ਕਲਾ ਤੇ ਗੱਲ ਕਰਾਂਗੇ ਜੀ? ਅੱਜ ਕਿਉਂਕਿ ਜਿਹੜਾ ਇਹਦਾ 16 ਕਲਾਵਾਂ ਦਾ ਚੱਲਦਾ ਲੜੀ, ਉਹਦੇ 'ਚ ਗਿਆਨ ਕਲਾ ਤੋਂ ਬਾਅਦ ਦੂਜੀ ਹੈ ਧਿਆਨ ਕਲਾ। ਧਿਆਨ ਕਲਾ ਬੀਤੇ ਸਮੇਂ ਤੋਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪੁਸਤਕਾਂ ਵੀ ਮਾਰਕੀਟ 'ਚ ਆਈਆਂ, ਧਿਆਨ ਸੂਤਰ, ਧਿਆਨ ਕਲਾ, ਧਿਆਨ ਸ਼ਕਤੀ। ਔਰ ਕਿਉਂਕਿ ਧਿਆਨ ਅਸੀਂ ਗੁਰਬਾਣੀ ਵਿੱਚ ਵੀ ਬਹੁਤ ਸਾਰੇ ਸ਼ਬਦ ਜਿਹੜੇ ਹੈ, ਇੱਕ ਸ਼ਬਦ ਤਾਂ ਸਾਨੂੰ ਤਕਰੀਬਨ ਸਾਰਿਆਂ ਦੇ ਆਉਂਦਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਇੱਕ ਸ਼ਬਦ ਆਉਂਦਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜੈ ਤਰਨੀ। ਇਹ ਦੋਨਾਂ ਦਾ ਸੁਮੇਲ ਹੈ। ਜਿੱਥੇ ਵੀ ਤਕਰੀਬਨ ਇਹ ਸ਼ਬਦ ਆਉਂਦਾ ਹੈ, ਗਿਆਨ ਨਾਲ ਧਿਆਨ ਆਉਂਦਾ ਹੈ। ਗਿਆਨ ਵੀ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸ਼ਕਤੀ ਹੈ। ਕਿਸੇ ਵੀ ਕਿਸਮ ਦਾ ਬੰਦੇ ਕੋਲੇ ਗਿਆਨ ਹੋਵੇ ਤਾਂ ਗਿਆਨ ਵਾਸਤੇ ਤਾਂ ਸਤਿਗੁਰਾਂ ਨੇ ਵਾਰ-ਵਾਰ ਪ੍ਰੇਰਿਤ ਕੀਤਾ ਕਿ ਗਿਆਨ ਕਾ ਬੱਧਾ ਮਨ ਰਹੇ। ਸਾਡੇ ਫੁਰਨਿਆਂ ਨੂੰ, ਸਾਡੀ ਵਿਚਾਰ ਸ਼ਕਤੀ ਨੂੰ ਗਿਆਨ ਬੰਨ੍ਹ ਕੇ ਰੱਖਦਾ ਹੈ। ਗਿਆਨ ਬੰਦੇ ਦੀ ਸ਼ਖਸੀਅਤ ਦੀ ਸਾਰੀ ਦਾ ਮੁੱਖ ਆਧਾਰ ਹੈ। ਚਾਹੇ ਉਹਨੇ ਖਾਣਾ ਕੀ ਆ, ਪਹਿਨਣਾ ਕੀ ਹੈ, ਪੀਣਾ ਕੀ ਹੈ, ਜੀਵਨ ਕਿਵੇਂ ਬਸਰ ਕਰਨਾ, ਡੇਲੀ ਜ਼ਿੰਦਗੀ ਦਾ ਕਿੱਦਾਂ ਚੱਲਦਾ, ਇਹ ਵੀ ਗਿਆਨ ਹੈ ਕਿ ਅਸੀਂ ਆਪਣੀ ਚੰਗੀ ਜ਼ਿੰਦਗੀ ਨੂੰ ਕਿਵੇਂ ਬਣਾਉਣਾ ਵੀ ਹੈ ਤੇ ਕਿਵੇਂ ਬਸ਼ਰ ਕਰਨਾ ਹੈ। ਤੇ ਇਸ ਲਈ ਗਿਆਨ ਬਾਰੇ ਇਹ ਵੀ ਹੈ ਕਿ ਬੰਦਾ ਭੰਗੂੜੇ ਤੋਂ ਲੈ ਕੇ ਕਬਰ ਤੱਕ ਗਿਆਨ ਸਿੱਖਦਾ ਹੀ ਰਹਿੰਦਾ। ਤੇ ਬਹੁਤ ਸਾਰੇ ਵਿਦਵਾਨਾਂ ਨੇ ਮਤਲਬ ਇਹ ਵੀ ਦਰਜ ਕੀਤਾ ਕਿ ਵੇਖੋ, ਮੌਤ ਵੀ ਇੱਕ ਗਿਆਨ ਹੈ, ਪਰ ਜਦ ਆਏਗੀ ਤੇ ਬੰਦੇ ਨੂੰ ਗਿਆਨ ਹੋਏਗਾ ਵੀ ਜਿਹਦੇ ਬਾਰੇ ਮੈਂ ਸਾਰੀ ਉਮਰ ਡਰਦਾ ਵੀ ਰਿਹਾ, ਕਹਿੰਦਾ ਵੀ ਰਿਹਾ, ਇਹ ਹੈ ਕੀ, ਪਰ ਉਹ ਦੱਸ ਨਹੀਂ ਪਾਊਗਾ। ਮਤਲਬ ਇਹ ਵੀ ਵੀ ਅੰਤਲਾ ਸਵਾਸ ਵੀ ਬੰਦੇ ਦਾ ਇੱਕ ਗਿਆਨ ਹੈ ਹਨਾ। ਹੁਣ ਇਹਦੇ ਨਾਲ ਹੈ ਦੂਜਾ ਧਿਆਨ ਕਲਾ। ਧਿਆਨ ਨੂੰ ਕਿਹਾ ਜਾਂਦਾ ਕਿ ਧਿਆਨ ਵੀ ਇੱਕ ਬਹੁਤ ਵੱਡੀ ਸ਼ਕਤੀ ਹੈ। ਔਰ ਧਿਆਨ ਹੈ ਕੀ, ਇਹ ਵੀ ਹੁੰਦਾ ਕਿ ਜਿਹਦਾ ਜਿੰਨਾ ਧਿਆਨ ਡੂੰਘਾ ਓਨਾ ਹੀ ਉਹਦਾ ਗਿਆਨ ਉੱਚਾ, ਜਿਹਦਾ ਜਿੰਨਾ ਗਿਆਨ ਉੱਚਾ ਓਨਾ ਹੀ ਉਹਦਾ ਧਿਆਨ ਡੂੰਘਾ, ਜਿਹਦਾ ਜਿੰਨਾ ਧਿਆਨ ਡੂੰਘਾ ਓਨਾ ਹੀ ਉਹਦਾ ਗਿਆਨ ਉੱਚਾ, ਜਿਹਦਾ ਜਿੰਨਾ ਗਿਆਨ ਉੱਚਾ ਓਨਾ ਹੀ ਉਹਦਾ ਧਿਆਨ ਡੂੰਘਾ। ਜਿਵੇਂ ਇੱਕ ਗਮਲੇ 'ਚ ਬੂਟਾ ਲਾਇਆ ਤੇ ਜਦੋਂ ਉਹਦੀ ਜਾੜੀ ਉੱਥੇ ਪਈ ਆ ਤੇ ਉੱਚਾ ਵੀ ਕਿੰਨਾ ਕੁ ਜਾਏਗਾ। ਜਿਹੜੇ ਬੋੜ ਪਿੱਪਲ ਜਾਂ ਵੱਡੇ ਰੁੱਖਾਂ ਦਾ ਸਤਿਕਾਰ ਸਮਾਜ ਇਸ ਲਈ ਕਰਦਾ ਵੀ ਇਹਨਾਂ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ, ਤੇ ਜਿਹਦੀ ਜੜ ਡੂੰਘੀ ਉੱਚਾ ਹੋ ਹੀ ਜਾਏਗਾ। ਮਤਲਬ ਕੁਦਰਤ ਖੁਦ ਬੰਦੇ ਨੂੰ ਸਿੱਖਿਆ ਦਿੰਦੀ ਹੈ ਕਿ ਜਿਨ੍ਹਾਂ ਦੀਆਂ ਜੜ੍ਹਾਂ ਡੂੰਘੀਆਂ ਨੇ ਉੱਚੇ ਉਹੀ ਹੁੰਦੇ ਨੇ, ਤੇ ਜਿਨ੍ਹਾਂ ਦੀਆਂ ਜੜ੍ਹਾਂ ਹੀ ਗਮਲੇ ਦੇ ਵਿੱਚ ਪਈਆਂ ਉੱਚੇ ਵੀ ਉੱਡੇ ਕੀ ਹੁੰਦੇ ਨੇ। ਇਸ ਲਈ ਇਹ ਸਾਡੇ ਲਈ ਕੁਦਰਤ ਹੀ ਸਾਨੂੰ ਅਕਲ ਉਕਲ ਦੇ ਜਾਂਦੀ ਹੈ ਬੰਦੇ ਨੂੰ। ਧਿਆਨ ਸਾਡੇ 5 ਕਰਮ ਇੰਦਰੀ ਹੈ ਤੇ 5 ਸਾਡੇ ਗਿਆਨ ਇੰਦਰੀ ਹੈ। ਗਿਆਨ ਇੰਦਰੀ ਸਾਡੇ ਹੈ ਸਾਡੀਆਂ ਅੱਖਾਂ, ਸਾਡੀ ਨਾਸਕ, ਸਾਡੀ ਜ਼ੁਬਾਨ, ਸਾਡੇ ਕੰਨ ਤੇ ਸਾਡੀ ਤੁਚਾ ਚਮੜੀ। ਕੁਝ ਅਸੀਂ ਦੇਖ ਕੇ ਗਿਆਨ ਪ੍ਰਾਪਤ ਕੀਤਾ, ਕੁਝ ਸੁੰਘ ਕੇ, ਕੁਝ ਚੱਖ ਕੇ, ਕੁਝ ਸੁਣ ਕੇ, ਕੁਝ ਸਪਰਸ਼ ਕਰਕੇ। ਜਿਵੇਂ ਗਰਮੀ ਸਰਦੀ ਦਾ, ਠੰਡੇ ਤੱਤੇ ਦਾ ਗਿਆਨ ਸਾਡੀ ਚਮੜੀ ਦਾ ਗਿਆਨ। ਕੁਝ ਗਿਆਨ ਹੈ ਸਾਡੇ 5 ਜਿਹੜੇ ਕਰਮ ਕਰਦੇ ਨੇ ਇੰਦਰੀ। ਸਾਡੇ ਹੱਥ ਕਰਮ ਕਰਦੇ ਹੈ, ਪੈਰ ਕਰਮ ਕਰਦੇ ਹੈ, ਸਾਡਾ ਮੂੰਹ ਕਰਮ ਕਰਦਾ ਹੈ। ਜੇ ਤਾਂ ਇਹ ਖੱਟੇ ਮਿੱਠੇ ਰਸਾਂ ਦਾ ਗਿਆਨ ਦਿੰਦਾ ਫਿਰ ਤਾਂ ਇਹ ਗਿਆਨ ਇੰਦਰ ਹੈ। ਜੇ ਕੁਝ ਖਾਂਦਾ ਇਹ ਕਰਮ ਇੰਦਰ। ਇੱਕ ਸਾਡੀ ਜਿਹੜੀ ਅਸੀਂ ਯੂਰਨ ਪਾਸ ਕਰਦੇ, ਲੈਟਰਿਨ ਪਾਸ ਕਰਦੇ, ਇਹਨੂੰ ਵੀ ਸਾਡੇ ਸ਼ਾਸਤਰਕਾਰਾਂ ਨੇ ਕਿਹਾ ਕਿ ਸਾਡਾ ਕਰਮ ਆ ਸਰੀਰ ਦਾ। ਇਹ ਸਾਨੂੰ ਡਿਸਟਰਬ ਵੀ ਕਰਦਾ ਪਰ ਸਾਨੂੰ ਸ਼ਾਂਤ ਵੀ ਕਰਦਾ। ਇਹ ਗਿਆਨ ਤੇ ਕਰਮ ਇੰਦਰੀ ਜਦੋਂ ਇੱਕ ਸੁਰ ਹੁੰਦੇ ਆ ਨਾ, ਉਹਨੂੰ ਇਹਨੂੰ ਧਿਆਨ ਸੂਤਰ ਕਹਿੰਦੇ ਆ ਵੀ ਧਿਆਨ ਕਲਾ ਹੈ। ਜਿਵੇਂ ਆਪਾਂ ਸੰਗੀਤ ਵਾਲੇ, ਉਹਦਾ ਹੁੰਦਾ ਸੁਰ, ਸੰਗੀਤ ਤੇ ਤਾਲ।
ਸੁਰ ਸੰਗੀਤ ਤੇ ਤਾਲ। ਹਾਂ, ਤਿੰਨਾਂ ਦਾ ਸੁਮੇਲ ਹੋਏਗਾ ਤੇ ਰਸ ਵੱਜੇਗਾ। ਰਸ ਵੱਜੇਗਾ। ਜੇ ਤਬਲੇ ਢੋਲਕ ਵਾਲਾ ਆਪਣੇ ਆਰਾਮ ਨਾਲ ਵੱਖਰਾ ਵਜਾਈ ਵੱਖਰਾ ਜਾਂਦਾ, ਸੁਰ ਵੱਖਰੀ ਨਿਕਲਦੀ, ਸੁਰ ਲੱਭੇ ਨਾ, ਗਾਉਣ ਵਾਲਾ ਬੇਸੁਰਾ ਉਹ ਹੋਵੇ, ਰਾਮ ਰੌਲਾ ਜਾ ਕੇ ਉਹ ਰਾਮ ਰੌਲਾ। ਇਹਨੂੰ ਅਸੀਂ ਕਾਮਾ ਰੌਲੀ ਸ਼ਬਦ ਵੀ ਵਰਤ ਲੈਂਦੇ ਹਾਂ ਵੀ ਇਹਨਾਂ ਨੂੰ ਕੋਈ ਸਮਝ ਸਮਝ ਹੈ ਨਹੀਂ। ਇਸੇ ਤਰ੍ਹਾਂ ਜਿਵੇਂ ਸੰਗੀਤ ਦੀ ਸੁਰ ਹੈ, ਤਾਲ ਦੀ ਰਿਦਮ ਹੈ, ਇਸੇ ਤਰ੍ਹਾਂ ਬੰਦਾ ਆਪਣੇ ਆਪ ਨੂੰ ਸੁਰ ਚ ਕਰਦਾ। ਸੋਚ ਕਰਦਾ। ਬਹੁਤਾ ਸਮਾਜ ਬੇਸੁਰੇਪਣ ਚ ਹੀ ਜ਼ਿੰਦਗੀ ਬਰਬਾਦ ਕਰ ਜਾਂਦਾ ਹੈ। ਇਹਨੂੰ ਕਹਿੰਦੇ ਜਦੋਂ ਆਪਣੇ ਆਪ ਨੂੰ ਸੁਰ ਕਰਨਾ ਆ ਗਿਆ ਨਾ, ਵੈਸੇ ਤਾਂ ਜਿੰਨੀ ਅੱਜ ਅਸੀਂ ਸਟ੍ਰੈਸ ਹੈ, ਟੈਨਸ਼ਨ ਹੈ, ਡਿਪਰੈਸ਼ਨ ਹੈ, ਅਫਰਾ ਤਫਰੀ ਹੈ, ਬੰਦੇ ਕੋਲੇ ਗੁੱਸਾ ਵੀ ਹੈ, ਕਾਹਲ ਵੀ ਹੈ, ਕਿਹਾ ਜਾਂਦਾ ਕਿ ਅਜੇ ਬੰਦਾ ਸੁਰ ਚ ਨਹੀਂ ਹੋਇਆ। ਸੁਰ ਚ ਨਹੀਂ ਹੋਇਆ। ਮਤਲਬ ਕਈ ਵਾਰੀ ਨਾ ਵੀ ਬੇਲੋੜੀਆਂ ਜੀਆਂ ਟੈਨਸ਼ਨ ਚੱਕ ਕੇ ਬੰਦਾ ਭੱਜਾ ਫਿਰਦਾ, ਭਾਵੇਂ ਉਹ ਡਰਾਈਵਿੰਗ ਕਰ ਰਿਹਾ ਹੈ, ਭਾਵੇਂ ਆਪ ਚੱਲ ਰਿਹਾ ਹੈ, ਉਹ ਲੱਗਦਾ ਕਿ ਬੋਝ ਜਿਹਾ ਚੱਕ ਕੇ ਬੰਦਾ ਜਿਵੇਂ ਜੂਨ ਪੂਰੀ ਕਰ ਰਿਹਾ ਹੁੰਦਾ। ਧਿਆਨ ਨੂੰ ਇੱਕ ਸ਼ਕਤੀ ਮੰਨਿਆ ਗਿਆ ਕਿ ਜਦੋਂ ਇਹ ਦੋਨੋਂ ਗਿਆਨ ਤੇ ਕਰਮ ਇੰਦਰੀ ਇੱਕ ਸੁਰ ਚ ਹੋਣਗੇ ਨਾ, ਫਿਰ ਬੰਦਾ ਚਾਹੇ ਉਹ ਬੁਲਾਰਾ ਹੈ, ਰਾਈਟਰ ਹੈ, ਖੋਜੀ ਹੈ, ਕਿਸੇ ਕਲਾ ਦੇ ਵਿੱਚ ਵੀ ਹੈ, ਕਿਸੇ ਵਿੱਚ ਹੈ, ਭਾਵੇਂ ਉਹ ਜ਼ਿਮੀਂਦਾਰੀ ਕਰਦਾ। ਜ਼ਿਮੀਂਦਾਰ ਵੀ ਉਹ ਕਾਮਯਾਬ ਆ ਜਿਹੜਾ ਜਿਹਨੂੰ ਪਤਾ ਵੱਤ ਕੀ ਹੁੰਦੀ ਆ, ਸਮਾਂ ਕੀ ਹੁੰਦਾ। ਤੇ ਜੇ ਕੋਈ ਮੇਰੇ ਵਰਗਾ ਇਹਨਾਂ ਦਿਨਾਂ ਚ ਕਵੇ ਕਣਕ ਬੀਜ ਲਈਏ ਤੇ ਫਿਰ ਇੱਧਰ ਤੇ ਵੱਢਣ ਵਾਲੇ ਦਿਨ ਆ। ਮਤਲਬ ਇਹ ਵੱਤ ਦਾ ਗਿਆਨ ਵੀ ਇਹ ਵੀ ਜ਼ਿਮੀਂਦਾਰ ਨੂੰ ਹੈ, ਸਧਾਰਨ ਬੰਦੇ ਨੂੰ ਨਹੀਂ ਹੋ ਸਕਦਾ। ਡਾਕਟਰ ਸਾਹਿਬ ਦੱਸਿਓ ਵੀ ਧਿਆਨ ਲਗਾਉਣਾ ਕੀ ਆ? ਹਾਂ, ਇਹਦਾ ਧਿਆਨ ਦਾ ਕਹਿੰਦੇ ਭਾਵੇਂ ਇਹਨੂੰ ਅਸੀਂ ਕਈ ਮੈਡੀਟੇਸ਼ਨ ਨਾਲ ਵੀ ਜੋੜਦੇ ਨੇ ਹਨਾ ਵੀ ਜਿਹੜਾ, ਤੇ ਕਈ ਹਿਪਨੋਟਿਜ਼ਮ ਨਾਲ ਵੀ ਜੋੜਦੇ ਨੇ, ਪਰ ਉਹ ਇੱਕ ਵੱਖਰਾ ਵਿਸ਼ਾ ਹਿਪਨੋਟਿਜ਼ਮ। ਧਿਆਨ ਵਿੱਚ ਖਾਸ ਕਰਕੇ ਧਾਰਮਿਕ ਖੇਤਰ ਵਿੱਚ ਜਿਹੜਾ ਬਹੁਤ ਸਾਰੇ ਵਿਦਵਾਨਾਂ ਨੂੰ ਸੰਗਤ ਵੀ ਕਰਨ ਦਾ ਮੌਕਾ ਸੁਭਾਗ ਪ੍ਰਾਪਤ ਹੋਇਆ। ਉਹ ਕਹਿੰਦੇ ਜਦੋਂ ਤੁਸੀਂ ਮਤਲਬ ਇੱਕ ਸੁਰ ਹੋਣਾ ਨਾ, ਤੇ ਤੁਸੀਂ ਖੁਦ ਬਾਣੀ ਆਪਣੇ ਆਪ ਨੂੰ ਸੁਣਾਓਗੇ। ਵੈਸੇ ਤਾਂ ਇਹ ਪੜ੍ਹਨ ਨਾਲ ਵੀ ਸੰਬੰਧਿਤ ਹੈ, ਯਾਦ ਕਰਨ ਨਾਲ ਵੀ ਸੰਬੰਧਿਤ ਹੈ। ਵੀ ਜਦੋਂ ਤੁਸੀਂ ਸਾਰੀਆਂ ਨਾ ਮਤਲਬ ਤੁਹਾਡੇ ਕੰਨ ਕੁਝ ਹੋਰ ਨਹੀਂ ਸੁਣਨਾ, ਉਹੀ ਬਾਣੀ ਮੁੱਖ ਚੋਂ ਨਿਕਲੇ ਤੇ ਕੰਨਾਂ ਦੇ ਅੰਦਰ। ਮੈਂ ਆਮ ਵਿਦਿਆਰਥੀਆਂ ਨੂੰ ਕਹਿੰਦਾ ਹੁੰਦਾ ਵੀ ਯਾਦ ਕਰਨ ਦਾ ਢੰਗ ਇੱਕੋ ਹੀ ਹੈ। ਤੁਸੀਂ ਇਹ ਜੇ ਕਹੋ ਵੀ ਮੈਂ ਨਾਲ ਮਤਲਬ ਰੋਟੀ ਵੀ ਖਾਈ ਜਾਵਾਂ ਜਾਂ ਮੂੰਗਫਲੀ ਚੱਬੀ ਜਾਵਾਂ ਤੇ ਮੈਂ ਯਾਦ ਚੈਪਟਰ ਵੀ ਯਾਦ ਕਰ ਲਾਂ, ਜਾਂ ਮੈਂ ਗਾਣੇ ਵੀ ਸੁਣੀ ਜਾਵਾਂ ਤੇ ਮੈਂ ਕੰਨਾਂ ਨਾਲ ਤੇ ਮੈਂ ਕੁਝ ਯਾਦ ਵੀ ਕਰਨਾ, ਜਾਂ ਮੈਂ ਅੱਖਾਂ ਨਾਲ ਕੁਝ ਦੇਖ ਵੀ ਜਾਵਾਂ ਤੇ ਮੈਂ ਕੁਝ ਯਾਦ ਕਰਨਾ, ਉਹ ਨਹੀਂ ਹੁੰਦਾ। ਇਹ ਜਦੋਂ ਤੁਸੀਂ ਇੱਕ ਸੁਰ ਹੋਣਾ ਨਾ, ਤੇ ਤੁਹਾਡਾ ਧਿਆਨ ਜਿਹੜਾ ਦੂਜੇ ਪਾਸਿਆਂ ਤੋਂ ਹਟਣਾ ਚਾਹੀਦਾ। ਇਹ ਨਹੀਂ ਤੁਹਾਡੇ ਕੰਨਾਂ 'ਚ ਕੋਈ ਸ਼ੋਰ ਨਾ ਪਵੇ, ਤੁਹਾਨੂੰ ਖਾਣ ਦਾ ਕੋਈ ਲਾਲਚ ਨਾ ਹੋਵੇ। ਤੁਸੀਂ ਜੇ ਯੂਰਨ ਲੈਟਰਿਨ ਪਾਸ ਕਰਨ ਵਾਲਾ ਵੀ ਹੈ ਨਾ, ਤੇ ਤੁਸੀਂ ਸਫ਼ਰ 'ਚ ਵੀ ਡਿਸਟਰਬ ਹੋ ਜਾਂਦੇ ਹੋ, ਤੁਸੀਂ ਬਹਿ ਨਹੀਂ ਸਕਦੇ ਚੌਕੜਾ ਲਾ ਕੇ। ਮਤਲਬ ਇਹ ਸਾਰੇ ਕਾਸੇ ਤੋਂ ਮੁਕਤ ਹੋ ਕੇ, ਜ਼ੁਬਾਨ ਦੇ ਰਸਾਂ ਕਸਾਂ ਤੋਂ ਮੁਕਤ ਹੋ ਕੇ, ਜਦੋਂ ਤੁਸੀਂ ਮਨ ਬਣਾ ਲਿਆ, ਮਨ ਇਹ ਮਤਲਬ ਵਿਚਾਰ ਸ਼ਕਤੀ ਨੂੰ ਇੰਨਾ ਇਕਾਗਰ ਕਰੋ, ਹੁਣ ਮੈਂ ਆਹ ਕੰਮ ਕਰਨਾ। ਆਮ ਤੌਰ ਤੇ ਜਿਵੇਂ ਲਿਖਾਰੀਆਂ ਦਾ ਵੀ ਸਮਾਂ ਹੁੰਦਾ, ਜਿਹੜੇ ਪੜ੍ਹਨ ਵਾਲੇ ਉਹ ਵੀ ਇੱਕ ਸਮੇਂ 'ਚ ਵੀ ਯਾਦ ਜਿਹਨੇ ਕਰਨਾ। ਖਾਸ ਕਰਕੇ ਜਿਹੜੇ ਸਬਜੈਕਟ, ਖਾਸ ਕਰਕੇ ਸਾਡੇ ਜਿਹੜੇ ਜ਼ੁਬਾਨੀ ਜਾਂ ਕੋਈ ਸੈਮੀਨਾਰਾਂ ਤੇ ਜਾਣ ਵਾਲੇ ਜਾਂ ਬੋਲਣ ਵਾਲੇ, ਉਹਨਾਂ ਨੂੰ ਇਹ ਮਿਹਨਤ ਕਰਨੀ ਪੈਂਦੀ ਹੈ ਵੀ ਜੇ ਤੁਸੀਂ ਕੰਠ ਕਰਨਾ ਹੈ, ਜਿਹਨੂੰ ਸਾਡੀ ਸੰਪਰਦਾਇ ਭਾਸ਼ਾ 'ਚ ਕਹਿੰਦੇ ਯਾਦ ਕਰਨਾ, ਕੰਠ ਕਰਨੇ ਦੇ ਵਿੱਚ ਤੁਹਾਡੀ ਇਕਾਗਰਤਾ ਜ਼ਰੂਰੀ ਹੈ। ਤੇ ਇਕਾਗਰਤਾ ਲਈ ਸਮਾਂ ਵੀ ਜ਼ਰੂਰੀ ਹੈ, ਸਥਾਨ ਵੀ ਟਿਕਾਣੇ ਦਾ ਹੋਵੇ, ਸ਼ੋਰ ਸ਼ਰਾਬੇ ਤੋਂ ਵੀ ਮੁਕਤ ਹੋਵੇ, ਤੇ ਪਹਿਲੀ ਗੱਲ ਮਨ ਬਣਿਆ ਹੋਵੇ। ਜਿਵੇਂ ਆਪਾਂ ਕਹਿੰਦੇ ਵੀ ਪਾਠ ਕਰਨ ਲੱਗੇ ਹੱਥ ਪੈਰ ਸੁੱਚੇ ਕਰਨੇ, ਪਾਠ ਤਾਂ ਲੋਕ ਮੋਬਾਈਲ ਤੋਂ ਵੀ ਕਰ ਲੈਂਦੇ ਨੇ, ਪਰ ਇੱਕ ਸੁਰ ਹੋਣਾ ਬਹੁਤ ਔਖਾ ਹੈ, ਧਿਆਨ ਨਹੀਂ ਲੱਗਦਾ। ਜਦੋਂ ਤੁਸੀਂ ਮਹਾਰਾਜ ਦੇ ਕਮਰੇ ਜਾਂ ਗੁਰਦੁਆਰਾ ਸਾਹਿਬ ਦਾ ਇੱਕ ਮਾਹੌਲ ਹੁੰਦਾ, ਜਾਂ ਤੁਸੀਂ ਘਰ 'ਚ ਬਹਿੰਦੇ ਹੋ, ਤਾਂ ਤੁਸੀਂ ਨਿਤਨੇਮ ਦੇ ਗੁਟਕੇ ਤੋਂ ਪਹਿਲਾਂ ਹੱਥ ਪੈਰ ਸੁੱਚੇ ਕਰਦੇ ਹੋ, ਅੱਖਾਂ ਨੂੰ ਸਿੱਟੇ ਮਾਰਦੇ ਹੋ, ਤੁਹਾਡਾ ਮਨ ਪ੍ਰਪੇਅਰ ਹੁੰਦਾ, ਤਿਆਰ ਹੁੰਦਾ ਕਿ ਮੈਂ ਕੁਝ ਕਰ ਰਿਹਾ। ਇਸੇ ਤਰ੍ਹਾਂ ਜੇ ਤੁਸੀਂ ਲਾਇਬ੍ਰੇਰੀ 'ਚ ਪੜ੍ਹਦੇ ਹੋ, ਰਿਸਰਚ ਵਾਲੇ ਪੜ੍ਹਦੇ ਹੋ, ਖੋਜੀ ਵਿਦਵਾਨ ਕਿਸੇ ਵੀ ਸਬਜੈਕਟ ਦਾ ਹੋਵੇ, ਜਦੋਂ ਮਨ ਪ੍ਰਪੇਅਰ ਕਰਕੇ ਜਾਂਦਾ ਕਿ ਮੈਂ ਇਸ ਕੰਮ ਲਈ ਚੱਲਿਆ, ਤਾਂ ਫਿਰ ਉਹਦੇ ਲਈ ਇਹ ਵੀ ਮਤਲਬ ਜ਼ਰੂਰੀ ਹੁੰਦਾ ਕਿ ਉਹ ਇਸ ਜਿਹੜੇ ਬਾਹਰਲੀ ਇਹਨਾਂ ਗਿਆਨ ਤੇ ਕਰਮ ਇੰਦਰੀਆਂ ਨੂੰ ਵੀ ਆਪਣੇ ਵਸ ਵਿੱਚ ਕਰਕੇ ਬੈਠਣ ਦੀ ਪ੍ਰਕਿਰਿਆ ਹੈਗੀ ਹੈ। ਇਹਦੇ ਬਾਰੇ ਨਾ ਇੱਕ ਬੜਾ ਪਿਆਰਾ ਸ਼ਲੋਕ ਚਾਣਕੀਆ ਪੰਡਤ ਨੇ ਚਾਣਕੀਆ ਸ਼ਾਸਤਰ ਵਿੱਚ ਲਿਖਿਆ। ਉਹ ਕਹਿੰਦਾ ਬਗਲੇ ਕੋਲੋਂ ਗਿਆਨ ਲਓਗੇ ਧਿਆਨ ਕਿਵੇਂ ਲਾਉਣਾ, ਬਗਲੇ ਕੋਲੋਂ ਗਿਆਨ ਲਓਗੇ ਧਿਆਨ ਕਿਵੇਂ ਲਾਉਣਾ। ਕਹਿੰਦਾ ਇੰਦਰੀ ਸਗਲ ਸਮੇਟ ਕੇ ਬੱਕ ਜਿਉਂ ਲੱਗ ਗਿਆ ਧਿਆਨ, ਬੱਕ ਕਹਿੰਦੇ ਬਗਲੇ ਨੂੰ। ਆਂਦਾ ਜਿਵੇਂ ਸਾਰੀਆਂ ਇੰਦਰੀਆਂ ਨੂੰ ਸਮੇਟ ਕੇ ਬਗਲਾ ਧਿਆਨ ਲਾਉਂਦਾ, ਸਮਾਂ ਪਾਏ ਚੂਕੇ ਨਹੀਂ ਸੋ ਰਾਜਾ ਬੁੱਧੀਮਾਨ। ਵੈਸੇ ਉਹਨੇ ਰਾਜਿਆਂ ਨੂੰ ਸੰਬੋਧਨ ਕਰਕੇ ਨੀਤੀ ਸ਼ਾਸਤਰ ਲਿਖਿਆ। ਜਦੋਂ ਸਮਾਂ ਆਉਂਦਾ ਨਾ, ਵੇਖੋ ਜਿਹੜਾ ਬਗਲਾ ਉਹ ਬਾਹਰ ਬਹਿੰਦਾ ਕੰਢੇ ਤੇ,
ਜਿਹੜੇ ਜੀਵ ਜੰਤੂ ਉਹ ਚੱਕਦਾ, ਡੱਡੀਆਂ ਮੱਛੀਆਂ ਉਹ ਪਾਣੀ 'ਚ ਨੇ, ਉਹ ਪਾਣੀ ਲੈ ਬਾਹਰ ਜਾਂਦਾ, ਲੈ ਹਾਂ ਮਤਲਬ ਉਹ ਚੁੰਝ ਆਪਦੀ ਤਿਆਰ ਰੱਖਦਾ ਵੀ ਅਟੈਕ ਕਦੋਂ ਕਰਨਾ ਹੈ। ਉਹ ਕਹਿੰਦਾ ਉਹਦਾ ਸਾਰਾ ਨਿਸ਼ਾਨਾ ਜਿਹੜਾ ਉਹ ਹੁੰਦਾ ਪਾਣੀ 'ਚੋਂ ਜੀਵ ਕਦੋਂ ਬਾਹਰ ਹੁੰਦਾ। ਭਾਵੇਂ ਇਹਨੂੰ ਕੋਈ ਨੈਗੇਟਿਵਿਟੀ 'ਚ ਵੀ ਸੋਚ ਸਕਦਾ, ਪਰ ਉਹਨੇ ਉਦਾਹਰਨ ਲਈ ਹੈ ਕਿ ਜਿੰਨਾ ਇਕਾਗਰ ਹੋ ਕੇ ਉਹ ਬਹਿੰਦਾ ਔਰ ਆਪਦੇ ਸ਼ਿਕਾਰ ਲਈ, ਮਤਲਬ ਸ਼ਿਕਾਰ ਤਾਂ ਜ਼ਿੰਦਗੀ 'ਚ ਤੁਸੀਂ ਕੁਝ ਵੀ ਕੰਮ ਕਰਨਾ ਤੁਹਾਡਾ ਨਿਸ਼ਾਨਾ ਹੈ। ਬੱਚੇ ਨੇ ਪ੍ਰੀਖਿਆ ਪਾਸ ਕਰਨੀ ਹੈ, ਵਿਦਵਾਨ ਨੇ ਲਿਖਣਾ, ਕਿਸੇ ਨੇ ਖੋਜ ਕਰਨੀ ਹੈ, ਕਿਸੇ ਨੇ ਕੁਝ ਵੀ ਕਰਨਾ, ਤੁਹਾਡਾ ਨਿਸ਼ਾਨਾ ਤੇ ਖੋਜ ਹੈ ਕਿ ਇਹ ਕੰਮ ਹੋਣਾ ਚਾਹੀਦਾ ਹੈ ਨਾ। ਉਹ ਕਹਿੰਦਾ ਇਹਦੇ ਕੋਲ ਅਕਲ ਲਓ। ਉਹਨੇ ਇੱਕ ਗੁਣ, ਜਿੱਥੇ ਆਪਾਂ ਹੌਲੀ ਹੌਲੀ ਕਿਤੇ ਗੱਲਾਂ ਕਰਾਂਗੇ, ਜਿੱਥੇ ਉਹਨੇ ਕੁੱਤੇ ਦੇ ਗੁਣ ਲਿਖੇ, ਕਾਂ ਦੇ ਗੁਣ ਲਿਖੇ, ਕੁੱਕੜ ਦੇ ਗੁਣ ਲਿਖੇ, ਕੁੱਤੇ ਦੇ ਗੁਣ, ਬੰਗਲੇ ਦਾ ਵੀ ਇਹ ਗੁਣ, ਉਹਨੇ ਕਿਹਾ ਬਗਲੇ ਕੋਲੇ ਇਹ ਗੁਣ ਹੈਗਾ। ਮਤਲਬ ਸਭ ਤੋਂ ਜ਼ਿਆਦਾ ਧਿਆਨ ਜਿਹੜਾ ਬੰਗਲਾ ਵਾ ਪੂਰਾ ਐ ਫੋਕਸ ਕਰ ਲੈਂਦਾ। ਉਹ ਕਹਿੰਦਾ ਵੀ ਇਹ ਧਿਆਨ ਸ਼ਕਤੀ ਦਾ ਜੇ ਲਾਉਣਾ ਕਿ ਜਿਵੇਂ ਸਮਾਂ ਪਾਏ ਉਹ ਚੁੱਕਦਾ ਨਹੀਂ ਆ, ਇਸੇ ਤਰ੍ਹਾਂ ਜੇ ਕਿਸੇ ਨੇ ਅਕਲ ਲੈਣੀ ਤੇ ਉਹ ਬਗਲੇ ਕੋਲੋਂ ਲੋ ਵੀ ਧਿਆਨ ਲਾਉਣਾ ਕੀ ਹੁੰਦਾ। ਡਾਕਟਰ ਸਾਹਿਬ ਸਾਡੇ ਸਰੋਤਿਆਂ ਨੂੰ ਦੱਸਿਓ ਕਿ ਕੀ ਹਰ ਇਨਸਾਨ ਹੀ ਧਿਆਨ ਲਾ ਸਕਦਾ ਵਾ? ਬਿਲਕੁਲ, ਜੇ ਬੰਦੇ ਨੂੰ ਹੈ ਨਾ ਕਿਸੇ ਵੀ, ਪਹਿਲੀ ਗੱਲ ਤਾਂ ਇਹ ਉਹਦੇ ਮਨ ਚ ਆਵੇ ਕਿ ਮੈਂ ਕੁਝ ਗਿਆਨ ਵੀ ਲੈਣਾ ਤੇ ਮੇਰਾ ਧਿਆਨ ਕਿੱਥੋਂ ਤੱਕ ਹੈ, ਹਨਾ, ਉਹਦੇ 'ਚ ਜਾਗਰਤੀ ਹੋਵੇ। ਵੈਸੇ ਕੁਦਰਤ ਨੇ ਹਰ ਇਨਸਾਨ ਨੂੰ ਕੋਈ ਨਾ ਕੋਈ ਕਲਾ ਦੇ ਕੇ ਭੇਜਿਆ, ਔਰ ਵੇਖੋ ਖਿਡਾਰੀ ਦਾ ਖੇਡਾਂ ਲਈ ਧਿਆਨ ਆ, ਘੋੜਨ ਵਾਲੇ ਦਾ ਘੋੜਨ ਲਈ ਧਿਆਨ ਆ, ਹਨਾ, ਰਾਈਟਰ ਦਾ ਲਿਖੀ ਲਈ ਧਿਆਨ ਆ, ਬੋਲਣ ਵਾਲਾ ਸਪੀਕਰ ਬੋਲੀ ਜਾਂਦਾ, ਉਧਰ ਬੋਲੀ ਜਾਂਦਾ। ਇਸ ਕਰਕੇ ਇਹ ਜਿਹੜਾ ਹਰ ਬੰਦੇ 'ਚ ਕੁਦਰਤ ਨੇ, ਕਿਉਂਕਿ ਉਹਦੇ ਕੋਲੇ ਹਰ ਬੰਦੇ ਕੋਲੇ ਗਿਆਨ ਇੰਦਰੇ ਨੇ, ਕਰਮ ਇੰਦਰੇ ਨੇ, ਪਰ ਹਰ ਤਬਲਾ ਵਜਾਉਣ ਵਾਲੇ ਨੂੰ ਤਬਲਾ ਸੁਰ 'ਚ ਨਹੀਂ ਕਰਨਾ ਆਉਣਾ ਹੁੰਦਾ, ਹਰ ਸਾਜ਼ ਵਜਾਉਣ ਵਾਲੇ ਨੂੰ ਸਾਜ਼ ਸੁਰ 'ਚ ਨਹੀਂ ਕਰਨਾ ਆਉਂਦਾ। ਉਹ ਸੁਰ ਕਰਨ ਵਾਸਤੇ ਸਾਡੀ ਇੱਕ ਵੱਖਰੀ ਸੁਸਾਇਟੀ ਹੁੰਦੀ ਹੈ ਵੀ ਉਹਨਾਂ ਕੋਲੇ ਜਾਓ, ਇਹ ਸੁਰ 'ਚ ਨਹੀਂ ਹੈਗਾ, ਕਿਉਂਕਿ ਆਪਣੀ ਸੁਰ ਤਾਂ ਠੀਕ ਹੋਣੀ ਜੇ ਸਾਜ਼ ਦੀ ਸੁਰ ਠੀਕ ਹੋਏਗੀ। ਖਾਸ ਕਰਕੇ ਤਾਰਾਂ ਵਾਲੇ ਸਾਜ਼ਾਂ ਵਿੱਚ, ਵੈਸੇ ਵੀ ਸਾਡੇ ਹਰ ਸ਼ਹਿਰ ਦੇ ਵਿੱਚ ਸੁਰ ਕਰਨ ਵਾਲੀਆਂ ਖਾਸ ਕਰਕੇ ਸਾਜ਼ਾਂ ਬਾਰੇ ਇੱਕ ਵੱਖਰੀਆਂ ਪਾਰਟੀਆਂ, ਸਿਰਫ ਤਬਲਾ ਢੋਲਕ ਵਾਲੇ ਨੂੰ ਸੁਰ ਆਉਂਦਾ, ਬਾਕੀ ਜਿੰਨੇ ਸਾਜ਼ ਨੇ ਸੁਰ ਕਰਾਉਂਦੇ ਨੇ ਬਹੁਤ ਸਾਰੇ, ਪਰ ਕਈਆਂ ਬਾਰੇ ਲੋਕਾਂ ਦਾ ਗਿਆਨ ਵੀ ਹੁੰਦਾ। ਹਰ ਸਾਜੀ ਨੂੰ ਜ਼ਰੂਰੀ ਵੀ ਨਹੀਂ ਸੁਰ ਦਾ ਗਿਆਨ ਹੋਵੇ। ਇਸ ਲਈ ਹਰ ਬੰਦੇ 'ਚ ਕੁਦਰਤ ਨੇ ਸ਼ਕਤੀ ਦਿੱਤੀ ਹੈ, ਹਰ ਮਨੁੱਖ ਬਹੁਤ ਕੁਝ ਕਰ ਸਕਦਾ। ਇਹ ਤਾਂ ਕੁਦਰਤੀ ਕੋਈ ਹਜ਼ਾਰਾਂ ਪਿੱਛੇ ਕੋਈ ਇੱਕ ਕੋਈ ਉਪਾਜ ਹੋਵੇ, ਵਿਚਾਰਾ ਕੋਈ ਅਬਨੋਰਮਲ ਹੋਵੇ, ਦਿਮਾਗੀ ਸੰਤੁਲਨ ਨਾ ਹੋਵੇ। ਓਵਰਆਲ ਕੁਦਰਤ ਨੇ ਹਰ ਮਨੁੱਖ ਨੂੰ ਸਭ ਕੁਝ ਦੇ ਕੇ ਭੇਜਿਆ। 16 ਕਲਾਵਾਂ ਦੇ ਵਿੱਚ ਜਿੱਦਾਂ ਅੱਜ ਆਪਾਂ ਜ਼ਿਕਰ ਕਰ ਰਹੇ ਆ ਧਿਆਨ ਕਲਾ ਦਾ, ਕੀ ਚੰਗੀ ਦਿਮਾਗੀ ਸ਼ਕਤੀ ਹੋਣ ਦੇ ਨਾਲ ਹੀ ਧਿਆਨ ਲੱਗਦਾ ਵਾ? ਹਾਂ, ਇਹ ਨਾ ਜਦੋਂ ਅਸੀਂ ਆਮ ਤੌਰ ਤੇ ਬਹੁਤ ਸਾਰੇ ਕਾਲਜਾਂ ਸਕੂਲਾਂ 'ਚ ਕੈਂਪ ਲੱਗਦੇ ਰਹੇ, ਜਾਂਦੇ ਵੀ ਰਹੇ, ਵਿਦਿਆਰਥੀਆਂ ਦਾ ਸਵਾਲ ਹੁੰਦਾ ਸੀ ਕਿ ਕਿਉਂਕਿ ਅਸੀਂ ਸਾਰਾ ਕੁਝ ਜ਼ਬਾਨੀ ਬੋਲਦੇ ਜਿਨ੍ਹਾਂ ਨੂੰ ਸਾਨੂੰ ਮਤਬੁੱਧ ਸਤਿਗੁਰੂ ਨੇ ਦਿੱਤੀ ਹੈ, ਉਹਨਾਂ ਦੇ ਮਨ 'ਚ ਹੁੰਦਾ ਕਿ ਇਹ ਲੋਕ ਜ਼ਬਾਨੀ ਬੋਲਦੇ ਨੇ, ਉਹਨਾਂ ਦਾ ਇੱਕੋ ਸਵਾਲ ਹੁੰਦਾ ਵੀ ਜਿਹੜੀ ਦਿਮਾਗੀ ਯਾਦ ਕਰਨ ਸ਼ਕਤੀ ਕੀ ਹੈ। ਕਈਆਂ ਨੂੰ ਤਾਂ ਹੁੰਦਾ ਵੀ ਉਹ ਦਵਾਈ ਲੈ ਲਓ, ਉਹ ਫਲ ਫਰੂਟ ਲੈ ਲਓ, ਆ ਬਰੰਟੋ ਪੀ ਲਓ, ਫਲਾਣੇ ਥਾਂ ਤੋਂ ਮਿਲਦੀ ਆ, ਜਾਂ ਆਦੇ ਨਾਲ ਵੱਧ ਹੈ, ਜਾਂ ਪਰ ਮੈਂ ਕਹਿੰਦਾ ਹੁੰਦਾ ਕਿ ਇਹ ਖੁਰਾਕ ਵੀ ਸਰੀਰ ਦੀ ਲੋੜ ਹੈ, ਪਰ ਇਹਦੇ ਨਾਲ ਅਸਲ ਵਿੱਚ ਦਿਮਾਗੀ ਸ਼ਕਤੀ ਤੁਹਾਡੀ ਧਿਆਨ ਸ਼ਕਤੀ ਹੈ। ਜੇ ਤਾਂ ਤੁਹਾਡਾ ਆਪਣੇ ਸਬਜੈਕਟ ਨਾਲ ਇਸ਼ਕ ਹੈ, ਫਿਰ ਤਾਂ ਤੁਹਾਨੂੰ ਸਬਜੈਕਟ ਵੀ ਯਾਦ ਹੋਣਗੇ, ਰਿਸਰਚ ਵੀ ਹੋਏਗੀ। ਤੇ ਜੇ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਸਤਿਗੁਰਾਂ ਨੇ ਬਾਣੀ 'ਚ ਕਿਹਾ ਕਿ ਜਿਹੜਾ ਬੱਧਾ ਵਧਾਇਆ ਕਿਸੇ ਦੀ ਗਵਾਹੀ ਦਿੰਦਾ ਨਾ ਇਹ ਗੋਣਾ ਨਾ ਉਪਕਾਰ ਹੈ। ਪਹਿਲੀ ਗੱਲ ਤਾਂ ਉਸ ਸਬਜੈਕਟ ਵਿੱਚ ਜਿਹਦਾ ਸ਼ੌਕ ਹੈ, ਹਨਾ, ਕਿਸੇ 'ਚ ਵੀ ਹੋਵੇ, ਐ ਨਹੀਂ ਹੋ, ਪਰ ਉਹਦੇ ਵਿੱਚ ਜਿਹੜਾ ਅਸਲ ਦਿਮਾਗੀ ਸ਼ਕਤੀ ਧਿਆਨ ਸ਼ਕਤੀ ਹੈ। ਮੈਂ ਆਮ ਕਹਿੰਦਾ ਹੁੰਦਾ ਕਿ ਤੁਹਾਡਾ ਧਿਆਨ ਕਿੱਧਰ ਹੈ, ਇਹ ਤੁਹਾਡੀ ਦਿਮਾਗੀ ਸ਼ਕਤੀ ਹੈ। ਜੇ ਦਿਮਾਗੀ ਸ਼ਕਤੀ ਤੁਹਾਨੂੰ ਬਾਹਰੋਂ ਐ ਨਹੀਂ ਮਿਲਣੀ, ਮਸਨੂਈ ਚੀਜ਼ਾਂ ਨਾਲ ਨਹੀਂ ਮਿਲਣੀ। ਭਾਵੇਂ ਬੰਦਾ ਕਹਿੰਦਾ ਹਰੀਆਂ ਸਬਜ਼ੀਆਂ ਲਓ, ਫਲ ਫਰੂਟ ਲਓ, ਡਰਾਈ ਫਰੂਟ ਲਓ, ਫਲਾਨੀ ਮੈਡੀਸਨ ਆਉਂਦੀ ਆ, ਇਹ ਤੁਹਾਨੂੰ 5% ਤਾਂ ਤੁਹਾਡੀ ਹੈਲਪ ਕਰ ਸਕਦੇ ਨੇ, ਪਰ 95% ਕਹੋਗੇ 95% ਤੁਹਾਡੇ ਧਿਆਨ ਨਾਲ ਇਹਦਾ ਸੰਬੰਧਿਤ ਹੈਗਾ। ਤੇ ਜੇ ਧਿਆਨ ਹੈ ਤੇ ਦਿਮਾਗੀ ਸ਼ਕਤੀ ਹੈ, ਤੇ ਜੇ ਧਿਆਨ ਹੀ ਨਹੀਂ ਤਾਂ ਫਿਰ ਇਹਦੀ ਯਾਦ ਸ਼ਕਤੀ, ਇਹਦੀ ਕਲਾ, ਇਹਦੀ ਪੇਸ਼ਕਾਰੀ ਫਿਰ ਨਹੀਂ ਹੋ ਸਕਦੀ। ਕਿਹਾ ਜਾਂਦਾ ਡਾਕਟਰ ਸਾਹਿਬ ਕਿ ਜਦੋਂ ਧਿਆਨ ਲਾਉਂਦੇ ਜਿਹੜੇ ਲੋਕ, ਉਹ ਅੰਦਰੋਂ ਬੜੇ ਸ਼ਾਂਤ ਰਹਿੰਦੇ ਆ, ਔਰ ਉਹਨਾਂ ਦੇ ਜਿਹੜੇ ਕਾਰਜ ਆ, ਜਿੱਦਾਂ ਉਹ ਡਿਸੀਜਨ ਜਿਹੜੇ ਲੈਂਦੇ ਆ, ਉਹ ਬਹੁਤ ਵਧੀਆ ਜਾਂਦੇ ਆ। ਹਰ ਇਨਸਾਨ ਨੂੰ ਕਾਰਜ ਕਰਨ ਤੋਂ ਪਹਿਲਾਂ ਇੱਕਮਿਕ ਹੋਣਾ, ਧਿਆਨ ਲਾਉਣਾ। ਬਿਲਕੁਲ ਬਿਲਕੁਲ, ਉਹ ਹੁੰਦਾ ਵੀ ਜਿਹਦੀ ਨਾ ਮਤਲਬ ਸਾਰਾ ਕੁਝ ਸਮਰਪਿਤ ਆ ਨਾ, ਕੰਮ ਵੀ ਉਹਦਾ ਸਫਲ ਹੁੰਦਾ, ਭਾਵੇਂ ਕੁਝ ਵੀ ਕਰਦਾ। ਮੈਂ ਕਹਿੰਦਾ ਭਾਵੇਂ ਰੰਗ ਰੋਗਨ ਵੀ ਕਰਦਾ ਨਾ, ਤੇ ਉਹ ਪੰਜਾਬੀ 'ਚ ਕਹਿੰਦੇ ਹੁੰਦੇ ਨਾ ਵੀ ਜੇ ਉਹ ਰਾਜ ਮਿਸਤਰੀ ਸਿੱਧਾ ਹੋਵੇ ਤੇ ਕੰਧ ਵੀ ਸਿੱਧੀ ਹੋ ਜਾਵੇ, ਤੇ ਜੋ ਹੀ ਚਾਹ ਤੋਂ ਰੁੱਸਿਆ ਹੋਵੇ ਉਹਦਾ ਮਨ ਹੀ ਨਾ ਹੋਵੇ ਕੰਮ ਕਰਨਾ, ਧਿਆਨ ਉਹਦਾ ਚਾਹ 'ਚ ਰਹਿਣਾ, ਭੰਨ ਰੋੜੇ ਲਾਈ ਜਾਏਗਾ, ਜੇ ਤਾਂ ਭੰਨੀ ਜਾਏਗਾ, ਹਨਾ। ਇਸ ਕਰਕੇ ਇਹ ਜਿਹੜਾ ਨਾ, ਇਹ ਹਰ ਮਨੁੱਖ ਦੇ ਹੱਥ ਵੱਸ ਹੈ
ਔਰ ਉਹ ਕਰ ਸਕਦਾ। ਉਹ ਕਰ ਸਕਦਾ। ਡਾਕਟਰ ਇੰਦਰਜੀਤ ਸਿੰਘ ਗੋਗੋਵਾਣੀ ਜੇ ਕਹਿ ਲਈਏ ਕਿ ਇੱਕ ਗਿਆਨ ਦਾ ਸਮੁੰਦਰ ਨੇ, ਸਮੇਂ-ਸਮੇਂ ਸਿਰ ਅਸੀਂ ਇਦਾਂ ਦੀਆਂ ਉਹਨਾਂ ਦੇ ਕੋਲੋਂ ਗਿਆਨ ਦੀ ਚੁੰਝ ਭਰਦੇ ਰਹਿੰਦੇ ਹਾਂ ਤੇ ਸਰੋਤਿਆਂ ਤੱਕ ਪਹੁੰਚਾਉਂਦੇ ਰਹਿੰਦੇ ਹਾਂ। ਡਾਕਟਰ ਸਾਹਿਬ, ਸਾਡੇ ਸਰੋਤਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਦੇਖੋ, ਵੈਸੇ ਤੇ ਆ ਜਿਹੜਾ ਯੁੱਗ ਹੈ, ਉਹ ਬਜ਼ੁਰਗ ਕਹਿੰਦੇ ਹੁੰਦੇ ਵੀ ਸਭ ਤੋਂ ਵੱਧ ਲੋਕਾਂ ਨੂੰ ਦਿੱਤੀ ਜਾ ਰਹੀ ਆ ਮੱਤ ਤੇ ਸਭ ਤੋਂ ਘੱਟ ਲਈ ਜਾ ਰਹੀ ਮੱਤ। ਮਤਲਬ ਸੋਸ਼ਲ ਮੀਡੀਆ ਰਾਹੀਂ ਮਤਲਬ ਸਾਰਾ ਸਮਾਜ ਇੱਕ ਦੂਜੇ ਨੂੰ ਮੱਤਾਂ ਜ਼ਿਆਦਾ ਦੇ ਰਿਹਾ, ਪਰ ਮੱਤ ਸਤਿਗੁਰੂ ਕਹਿੰਦੇ ਵੀ ਜਿਹੜੀ ਮੰਨ ਲਈ ਨਾ ਬੰਦੇ ਨੇ ਅਸਲ ਉਹ ਹੈ ਹਨ। ਕਿਉਂਕਿ ਫਿਰ ਵੀ ਸਾਡਾ ਇੱਕ ਬੜਾ ਵੱਡਾ ਵਰਗ ਸਾਡੇ ਨਾਲ ਜੁੜਿਆ ਹੋਇਆ, ਉਹ 'ਚ ਵਿਦਿਆਰਥੀ ਵਰਗ ਵੀ ਹੁੰਦਾ, ਬਹੁਤ ਸੁਚੇਤ ਵਰਗ ਵੀ ਹੁੰਦਾ। ਇਸ ਲਈ ਆਪਾਂ ਇੱਕ ਪਰਿਵਾਰਕ ਰੂਪ ਵਿੱਚ ਗੱਲ ਕਰ ਸਕਦੇ ਹਾਂ ਕਿ ਇਹ ਜਿਹੜੀਆਂ ਕਲਾਵਾਂ ਨੇ ਸਾਡੀ ਸ਼ਖਸੀਅਤ ਦੀ ਉਸਾਰੀ ਹੈ। ਬੰਦੇ ਦੀ ਪਰਸਨੈਲਿਟੀ ਨਾਲ ਇਹ ਸਾਰਾ ਕੁਝ ਜੁੜਿਆ ਹੋਇਆ, ਇੱਕ ਬਾਹਰੀ ਰੂਪ ਉਹਦਾ, ਇੱਕ ਉਹਦਾ ਜਿਹੜਾ ਉਹਨੂੰ ਕਹਿ ਲਏ ਵੀ ਅੰਦਰੂਨੀ ਸ਼ਖਸੀਅਤ ਦੀ ਉਸਾਰੀ ਹੈ, ਜਿਹਦੇ ਨਾਲ ਇਹ ਸਾਰੀਆਂ ਗਿਆਨ ਧਿਆਨ ਇਹ ਕਲਾਵਾਂ ਜੁੜੀਆਂ ਹੋਈਆਂ। ਤਾਂ ਇਸ ਲਈ ਹਰ ਇਨਸਾਨ ਨੂੰ ਕਿਸੇ ਵੀ ਫੀਲਡ ਵਿੱਚ ਹੋਵੇ, ਉਹਦਾ ਵੱਧ ਤੋਂ ਵੱਧ ਗਿਆਨ ਹੋਣਾ ਜ਼ਰੂਰੀ ਹੈ। ਕਿਸੇ ਵੀ ਕਾਰਜ ਕੋਈ ਕਰ ਰਿਹਾ ਤੇ ਵੱਧ ਤੋਂ ਵੱਧ ਉਹਦਾ ਧਿਆਨ ਵੀ ਜ਼ਰੂਰੀ ਹੈ ਵੀ ਉਹਦਾ ਭਵਿੱਖ ਕੀ ਹੈ, ਭਵਿੱਖ ਦੇ ਫਾਇਦੇ ਕੀ ਨੇ, ਭਵਿੱਖ ਦੇ ਨੁਕਸਾਨ ਕੀ ਨੇ। ਕੋਈ ਇਹ ਜਿਹੜਾ ਭੂਤ ਭਵਿੱਖ ਇਹ ਵਰਤਮਾਨ ਜਿਹੜਾ ਇਹਨੂੰ ਸਾਰੇ ਨੂੰ ਸੁਚੇਤ ਹੋ ਕੇ ਲੈਂਦਾ, ਉਹੀ ਬੰਦਾ ਗਿਆਨੀ ਤੇ ਧਿਆਨੀ ਹੈ। ਮਤਲਬ ਕਿਸੇ ਵੀ ਫੀਲਡ ਦਾ ਹੋ ਸਕਦਾ। ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਉਹਦਾ ਇਹ ਤਾਂ ਸੈਂਕੜੇ ਹੀ ਖੇਤਰ ਨੇ ਬੰਦੇ ਦੇ ਜੀਵਨ ਦੇ, ਪਰ ਉਹਦੇ ਵਿੱਚ ਉਹਦਾ ਜਿਹੜਾ ਜੇ ਇੰਨਾ ਡੂੰਘਾ ਗਿਆਨ ਹੋਵੇ ਤੇ ਡੂੰਘਾ ਧਿਆਨ ਹੋਵੇ ਤੇ ਉਹ ਆਪ ਦਾ ਭਾਵੇਂ ਕੁਛ ਵੀ ਕਰ ਰਿਹਾ, ਉਹ ਬਹੁਤ ਵੱਡੀਆਂ ਪ੍ਰਾਪਤੀਆਂ ਕਰੇਗਾ। ਔਰ ਇਹ ਹਰ ਇਨਸਾਨ ਨੂੰ ਜ਼ਰੂਰ, ਇਹ ਜਾਗਰਤੀ ਦਾ ਮੰਤਰ ਜ਼ਰੂਰ ਹੈ ਜਿਹੜਾ ਸਾਡੇ ਪੁਰਖਿਆਂ ਨੇ ਸਾਡੇ ਸਰੋਤ ਗ੍ਰੰਥਾਂ ਵਿੱਚ ਦਿੱਤਾ ਹੈ ਕਿ ਆਹ ਕੁਝ ਬੰਦੇ ਦੀ ਸ਼ਖਸੀਅਤ, ਚੰਗੀ ਸ਼ਖਸੀਅਤ ਦੀ ਘਾਟ ਲਈ ਬਹੁਤ ਵੱਡੇ ਥੰਮ ਨੇ। ਇਸ ਲਈ ਇਹ ਗਿਆਨ ਔਰ ਧਿਆਨ ਸ਼ਕਤੀ ਮਨੁੱਖ ਦੀ ਇੱਕ ਬਹੁਤ ਵੱਡਾ ਆਧਾਰ ਹੈ। ਚਾਹੇ ਉਹ ਰੱਬ ਦਾ ਨਾਮ ਵੀ ਲੈਂਦਾ ਤੇ ਤਾਂ ਵੀ ਉਹਦਾ ਇੱਕ ਸੁਰ ਹੋਣਾ ਜ਼ਰੂਰੀ ਹੁੰਦਾ ਹੈ। ਬਹੁਤ ਸਾਰੇ ਬੰਦਗੀ ਵਾਲੀਆਂ ਰੂਹਾਂ ਨੇ ਜਿਨ੍ਹਾਂ ਤੋਂ ਮੌਕਾ ਵੀ ਮਿਲਿਆ ਮਤਲਬ ਉਹਨਾਂ ਨੂੰ ਜਾਣਨ ਦਾ, ਤਾਂ ਉਹਨਾਂ ਦਾ ਜਿਹੜਾ ਚੌਕੜਾ ਜਾਂ ਉਹਨਾਂ ਦਾ ਬੈਠਣਾ ਜਾਂ ਉਹਨਾਂ ਦਾ ਧਿਆਨ, ਫਿਰ ਉਹਨਾਂ ਦਾ ਡੂੰਘਾ ਗਿਆਨ, ਤੇ ਇਹੀ ਸਮਾਜ ਇੱਕ ਦੂਸਰੇ ਨੂੰ ਦੇਖ ਕੇ ਸਮਾਜ ਤੋਂ ਜਾਂਦਾ ਹੈ। ਸਫਲ ਜੀਵਨ ਦੀਆਂ 16 ਕਲਾਵਾਂ ਦੇ ਵਿੱਚੋਂ ਅੱਜ ਦੂਸਰੀ ਕਲਾ ਦੀ ਗੱਲ ਕੀਤੀ। ਸੁਚੱਜੇ ਢੰਗ ਨਾਲ ਅਸੀਂ ਆਪਣਾ ਸਫਲ ਜੀਵਨ ਕਿੱਦਾਂ ਬਤੀਤ ਕਰਨਾ ਔਰ ਧਿਆਨ ਕਿੱਦਾਂ ਲਾਉਣਾ, ਡਾਕਟਰ ਸਾਹਿਬ ਨੇ ਬੜੇ ਵਿਸਥਾਰ ਦੇ ਨਾਲ ਦੱਸਿਆ। ਆਉਣ ਵਾਲੇ ਸਮੇਂ ਦੇ ਵਿੱਚ ਰਹਿੰਦੀਆਂ 14 ਸਫਲ ਜੀਵਨ ਦੀਆਂ 14 ਕਲਾਵਾਂ ਤੇ ਵੀ ਜ਼ਿਕਰ ਕਰਾਂਗੇ, ਵਿਚਾਰ ਵਟਾਂਦਰੇ ਕਰਾਂਗੇ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਕੀਮਤੀ ਸਮਾਂ ਦਿੱਤਾ ਜੀ। ਤੁਹਾਡਾ ਵੀ ਧੰਨਵਾਦ। ਬਹੁਤ ਧੰਨਵਾਦ।